ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਇਹ ਸੁਭਾਗ ਸਮੇਂ ਸਤਿਗੁਰੂ ਨੇ ਬਖਸ਼ਿਸ਼ ਕੀਤੇ ਹਨ। ਆਪ ਅੰਮ੍ਰਿਤ ਵੇਲੇ ਤੋਂ ਜਾ ਕੇ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ ਸਤਿਗੁਰੂ ਦੀਆਂ ਉਹ ਤਮਾਮ ਖੁਸ਼ੀਆਂ ਆਪਣੀ ਝੋਲੀ ਵਿੱਚ ਪਾ ਰਹੇ ਹੋ। ਸਤਿਗੁਰੂ ਰਹਿਮਤ ਕਰਨ। ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਮੂਲ ਮੰਤਰ ਦੀ ਵਿਚਾਰ ਸਤਿਗੁਰੂ ਆਪਣੀ ਸੇਵਾ ਆਪਣੇ ਬੱਚਿਆਂ ਪਾਸੋਂ ਲੈ ਰਹੇ ਹਨ। ਆਪ ਉਸ ਕੜੀ ਦੇ ਅੰਦਰ ਅਸੀਂ ਫਿਰ ਜੁੜਨ ਦਾ ਯਤਨ ਕਰੀਏ। ਸੋ ਇੱਕ ਵਾਰੀ ਮਨੋਬਿਰਤੀਆਂ ਇਕਾਗਰ ਕਰੀਏ ਔਰ ਮਨ ਦੀ ਗਹਿਰਾਈਆਂ ਵਿੱਚੋਂ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀਓ, ਲੜੀ ਜੋ ਪਿਛਲੀ ਲੜੀਵਾਰ ਚੱਲ ਰਹੀ ਹੈ ਵਿਚਾਰ, ਉਸ ਨੂੰ ਜੋੜਨ ਵਾਸਤੇ ਕੁਝ 2 ਮਿੰਟ ਪਿਛਲੀ ਕੜੀ ਨੂੰ ਜ਼ਰੂਰ ਜੋੜੀਏ। ਸੋ ਗੁਰੂ ਨਾਨਕ ਪਾਤਸ਼ਾਹ ਉਸ ਵਹੀ ਨਦੀ ਦੇ ਵਿੱਚੋਂ ਜਦ ਸੰਸਾਰ ਨੂੰ ਤਾਰਨ ਵਾਸਤੇ ਉਸ ਅਕਾਲ ਪੁਰਖ ਪਾਸੋਂ ਜੋ ਮੂਲ ਮੰਤਰ ਦੀ ਬਖਸ਼ਿਸ਼ ਲੈ ਕੇ ਜੋ ਸੰਸਾਰ ਵਿੱਚ ਵੰਡਿਆ, ਉਹ ਮੂਲ ਮੰਤਰ ਦੀ ਅਸੀਂ ਵਿਚਾਰ ਸਾਂਝੀ ਕਰ ਰਹੇ ਹਾਂ। ਤੋ ਮਹਾਰਾਜ ਜੋ ਉਸ ਅਕਾਲ ਪੁਰਖ ਵਾਹਿਗੁਰੂ ਕੋਲੋਂ ਜੋ ਬਖਸ਼ਿਸ਼ ਲੈ ਕੇ ਆਏ ਹਨ, ਸਭ ਤੋਂ ਪਹਿਲਾਂ ਜਿਹੜਾ ਅੱਖਰ ਗੁਰੂ ਨਾਨਕ ਪਾਤਸ਼ਾਹ ਨੂੰ ਅਕਾਲ ਪੁਰਖ ਤੋਂ ਪ੍ਰਾਪਤ ਹੋਇਆ, ਉਹ ਸੀ ਇੱਕ ਓੰਕਾਰ। ਉਹ ਪਰਮਾਤਮਾ ਇੱਕ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ, ਸਰਵ ਵਿਆਪਕ ਹੈ, ਇੱਕ ਰਸ ਹੈ ਔਰ ਨਿਰੰਤਰ ਸਰਬ ਵਿਆਪਕ ਹੈ, ਅਦੁੱਤੀ ਸ਼ਕਤੀ ਹੈ। ਕੋਈ ਰੱਬ 5, 7, 10 ਜਾਂ ਹਜ਼ਾਰਾਂ ਰੱਬ ਨਹੀਂ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਕੇਵਲ ਇੱਕ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਪਰਮਾਤਮਾ ਇੱਕ ਹੈ। ਉਸ ਪਰਮਾਤਮਾ ਦਾ ਨਾਮ ਸਤਨਾਮ ਹੈ। ਸਤ ਤੋਂ ਭਾਵ ਸੱਤੇ ਹਮੇਸ਼ਾ ਰਹਿਣ ਵਾਲਾ ਉਸ ਦਾ ਨਾਮ ਹੈ। ਦੁਨੀਆ ਦੇ ਨਾਮ ਮਿਟ ਜਾਂਦੇ ਨੇ, ਸਮਾਂ ਪਾ ਕੇ ਅਸੀਂ ਭੁੱਲ ਜਾਂਦੇ ਹਾਂ, ਪਰ ਸਤਨਾਮ ਤੇਰਾ ਪਰਾਪੂਰਬਲਾ, ਉਹ ਨਾਮ ਉਸ ਦਾ ਪਰਾਪੂਰਬਲਾ ਪੁਰਾਤਨ ਨਾਮ ਜਿਹੜਾ ਚੱਲਦਾ ਆ ਰਿਹਾ ਹੈ, ਉਹ ਪਰਮਾਤਮਾ ਦਾ ਸਤਨਾਮ ਹੈ, ਜੋ ਸਦਾ ਹੀ ਰਹਿਣਾ ਹੈ, ਕਾਇਮ ਰਹਿਣਾ ਹੈ। ਕਰਤਾ ਪੁਰਖ, ਉਹ ਪਰਮਾਤਮਾ ਸਾਰੇ ਸੰਸਾਰ ਨੂੰ ਬਣਾਇਆ ਹੈ, ਜਿਸ ਨੇ ਕ੍ਰੀਏਟਰ ਹੈ, ਉਸ ਨੇ ਜਗਤ ਨੂੰ ਉਪਾਇਆ ਕੀਤਾ ਹੈ ਔਰ ਬਣਾਉਣ ਤੋਂ ਬਾਅਦ ਕਿਤੇ ਵੱਖਰੀ ਜਗ੍ਹਾ 'ਤੇ ਨਹੀਂ ਬੈਠਿਆ। ਉਹ ਕਿਤੇ ਉੱਤਰ ਪੱਛਮ ਦਕਸ਼ਿਣ ਵੱਲ ਨਹੀਂ ਬੈਠਿਆ। ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਪੁਰਖ ਹੈ, ਨਿਰਭਉ। ਔਰ ਵੱਡੀ ਗੱਲ ਹੈ, ਉਸ ਨੂੰ ਕਿਸੇ ਦਾ ਵੀ ਭੈ ਨਹੀਂ ਹੈ। ਭੈ ਤੋਂ ਰਹਿਤ ਹੈ। ਭੈ ਹਮੇਸ਼ਾ ਆਪਣੇ ਤੋਂ ਵੱਡੇ ਦਾ ਹੁੰਦਾ ਹੈ। ਪਰਮਾਤਮਾ ਦਾ ਕੋਈ ਸਾਣ ਹੀ ਨਹੀਂ ਹੈ, ਕੋਈ ਵੱਡਾ ਹੈ ਹੀ ਨਹੀਂ ਜਿਸ ਤੋਂ ਪਰਮਾਤਮਾ ਨੂੰ ਡਰ ਲੱਗੇ। ਜਿੱਥੇ ਭਉ ਤੋਂ ਰਹਿਤ ਹੈ, ਉੱਥੇ ਪਰਮਾਤਮਾ ਨਿਰਵੈਰ ਵੀ ਹੈ। ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਕਿਉਂਕਿ ਅਸੀਂ ਕਿਸੇ ਨਾ ਕਿਸੇ ਨਾਲ ਵੈਰ ਕਰਨੇ ਹਾਂ, ਅਸੀਂ ਮਨ ਵਿੱਚ ਵੈਰ ਰੱਖਨੇ ਹਾਂ। ਇਹ ਮਨੁੱਖੀ ਫਿਤਰਤ ਹੈ।
ਪਰ ਪਰਮਾਤਮਾ ਦਾ ਸੁਭਾਵ ਨਿਰਵੈਰਤਾ ਦਾ ਹੈ, ਕਿਉਂਕਿ ਉਹ ਪਿਤਾ ਹੈ। ਪਿਤਾ ਕਦੀ ਵੀ ਆਪਣੇ ਬੱਚਿਆਂ ਦੇ ਪ੍ਰਤੀ ਵੈਰ ਨਹੀਂ ਕਰਦਾ। ਇਸ ਕਰਕੇ ਉਹਨੂੰ ਸੰਗਿਆ ਦਿੱਤੀ ਹੈ ਨਿਰਵੈਰ ਦੀ। ਅੱਗੇ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਪਰਮਾਤਮਾ ਦਾ ਗੁਣ ਸਾਨੂੰ ਦੱਸਿਆ, ਅਕਾਲ ਮੂਰਤ। ਉਹਦੀ ਜਿਹੜੀ ਹਸਤੀ ਹੈ, ਉਹਦੀ ਸਮਝ ਲਓ ਹੋਂਦ, ਉਹਦਾ ਵਜੂਦ, ਉਹ ਕਾਲ ਤੋਂ ਰਹਿਤ ਹੈ। ਉਹਨੂੰ ਕਦੀ ਮੌਤ ਨਹੀਂ ਆ ਸਕਦੀ। ਮੌਤ ਉਹਨੂੰ ਆਉਂਦੀ ਹੈ ਜਿਹੜਾ ਜੰਮਿਆ ਹੋਵੇ, ਪਰ ਪਰਮਾਤਮਾ ਅਜਨਮ ਹੈ, ਉਹ ਜਨਮ ਤੋਂ ਪਰੇ ਹੈ। ਉਹਦੀ ਕੋਈ ਵੀ ਕਿੱਥੋਂ ਵੀ ਉਹਦਾ ਜਨਮ ਨਹੀਂ ਹੋਇਆ। ਮਹਾਰਾਜ ਕਹਿੰਦੇ ਨੇ ਅਕਾਲ ਮੂਰਤ ਤੋਂ ਬਾਅਦ ਉਸ ਅਜੂਨੀ ਹੈ, ਉਹ ਜੂਨਾਂ ਤੋਂ ਰਹਿਤ ਹੈ। ਸੈਭੰ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਆਓ ਇਸੇ ਅੱਖਰ ਨੂੰ ਗੁਰੂ ਸਾਹਿਬ ਸੇਵਾ ਲੈਣ, ਉਹ ਸੈਭੰ ਨੂੰ ਅਸੀਂ ਉਚਾਰਨ ਦਾ, ਔਰ ਉਸ ਨੂੰ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਬਦ ਸਾਨੂੰ ਦੱਸਿਆ। ਪਰਮਾਤਮਾ ਦਾ ਜਿਹੜਾ ਅਖੀਰਲਾ ਗੁਣ, 7ਵਾਂ ਗੁਣ ਹੈ, ਉਹ ਗੁਰੂ ਸਾਹਿਬ ਨੇ ਝੋਲੀ ਵਿੱਚ ਪਾਇਆ ਹੈ, ਸੈਭੰ। ਇਹਨੂੰ ਭੰਗ ਨਹੀਂ ਕਹਿਣਾ, ਗੱਗਾ ਨਹੀਂ ਉਚਾਰਨਾ। ਹੁਣੇ ਤੁਸੀਂ ਆਪ ਜੀ ਨੇ ਜਾਪ ਸਾਹਿਬ ਦੀ ਬਾਣੀ ਪੜ੍ਹੀ ਹੈ ਸਾਰੀ, ਉਹਦੇ ਵਿੱਚ ਟਿੱਪੀ ਅਖੀਰ ਵਿੱਚ ਬਹੁਤ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰਤੋਂ ਕੀਤੀ ਹੈ, ਨਮਸਤੰ। ਕਈ ਪੜ੍ਹਦੇ ਨੇ ਨਮਸਤੰਗ, ਗੱਗਾ ਨਹੀਂ ਲਾਣਾ, ਇਹ ਨੱਕ ਦੇ ਵਿੱਚੋਂ ਉਚਾਰਨ ਹੁੰਦਾ ਹੈ, ਨਮਸਤੰ। ਇੱਥੇ ਗੱਗੇ ਨੂੰ ਨਹੀਂ ਪੜ੍ਹਨਾ ਨਾਲ, ਕਿਉਂਕਿ ਗੱਗਾ ਅੱਖਰ ਹੈਗਾ ਨਹੀਂ ਹੈ, ਬਿੰਦੀ ਹੈ, ਉੱਤੇ ਵਾਹਿਗੁਰੂ ਟਿੱਪੀ ਲੱਗੀ ਹੈ। ਤਾਂ ਮਹਾਰਾਜ ਨੇ ਇੱਥੇ ਸੈਭੰ, ਪਰਮਾਤਮਾ ਸੈ ਭਾਵ ਸੋਏ ਆਪਣੇ ਆਪ ਵਿੱਚ, ਭੰਗ ਤੋਂ ਭਾਵ ਪ੍ਰਕਾਸ਼ਮਾਨ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਹ ਸੁੱਤੇ ਸਿੱਧ ਪ੍ਰਕਾਸ਼ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ। ਦੇਖੋ ਅਸੀਂ ਤੁਸੀਂ ਸਾਰੇ ਕਿਸੇ ਦੇ ਜੰਮੇ ਹੋਏ ਹਾਂ, ਅਸੀਂ ਸਭ ਮਾਂ ਕੀ ਰਕਤ, ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਮਾਂ ਦੀ ਖੂਨ ਦੇ ਤੇ ਪਿਤਾ ਦੇ ਬਿੰਦ ਤੋਂ, ਦੋਨਾਂ ਦੇ ਸੁਮੇਰ ਤੋਂ ਇਹ ਪਰਮਾਤਮਾ ਨੇ ਸਾਡੀ ਮੂਰਤ ਜਿਹੜੀ ਸੂਰਤ ਹੈ, ਇਹ ਉਸ ਅਪਾਰ ਬ੍ਰਹਮ ਪਰਮਾਤਮਾ ਨੇ ਸਾਡੀ ਇਹ ਮੂਰਤ ਨੂੰ ਬਣਾਇਆ ਹੈ। ਪਰ ਕਮਾਲ ਦੀ ਗੱਲ ਹੈ, ਪਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ। ਪਰਮਾਤਮਾ ਉਹ ਆਪਣੇ ਆਪ ਵਿੱਚੋਂ ਬਣਿਆ ਹੈ। ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀਆ, ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ। ਪਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ। ਇਹ ਕਈ ਵਾਰੀ ਅਸੀਂ ਭੁਲੇਖਾ ਖਾ ਲੈਂਦੇ ਨਹੀਂ ਕਿਉਂਕਿ ਉਹ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ, ਉਹਦਾ ਨਾ ਮਾਂ ਹੈ ਨਾ ਪਿਓ ਹੈ, ਉਹਦਾ ਕੋਈ ਰਿਸ਼ਤੇਦਾਰ ਨਹੀਂ ਹੈ। ਹਾਂ ਸਾਰੇ ਉਸ ਦੇ ਨੇ, ਪਰ ਉਹ ਕਿਸੇ ਦਾ ਆਪਣੇ ਆਪ ਵਿੱਚੋਂ ਪ੍ਰਗਟ ਹੋਇਆ ਹੈ, ਉਹਨੂੰ ਬਣਾਉਣ ਵਾਲਾ ਨਹੀਂ ਹੈ। ਉਹਨੂੰ ਕੋਈ ਨਹੀਂ ਦੱਸ ਸਕਦਾ ਕਿਸ ਨੇ ਬਣਾਇਆ। ਪਿਤਾ ਕਾ ਜਨਮ ਕੇ ਜਾਣੇ ਪੂਤ, ਪੁੱਤਰ ਆਪਣੇ ਪਿਓ ਦਾ ਜਨਮ ਦੱਸ ਸਕਦਾ ਹੈ। ਸਾਰੇ ਅਸੀਂ ਮਾਤਾ ਪਿਤਾ ਦੇ ਬੱਚੇ ਹਾਂ, ਕੋਈ ਵੀ ਸਾਡੇ ਵਿੱਚੋਂ ਦੱਸ ਸਕਦਾ ਹੈ ਕਿ ਸਾਡਾ ਪਿਤਾ ਦਾ ਜਨਮ ਕਦ ਹੋਇਆ ਸੀ। ਅਸੀਂ ਪਰਮਾਤਮਾ ਦੇ ਸਾਰੇ ਬੱਚੇ ਹਾਂ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਅਸੀਂ ਪਰਮਾਤਮਾ ਦੇ ਬੱਚੇ ਹਾਂ ਤੇ ਅਸੀਂ ਪਰਮਾਤਮਾ ਸਾਡਾ ਏਕ ਪਿਤਾ ਏਕਸ ਕੇ ਹਮ ਬਾਰਕ, ਅਸੀਂ ਸਾਰੇ ਉਹਦੇ ਬੱਚੇ ਹਾਂ। ਉਸ ਪਿਤਾ ਦਾ ਅਸੀਂ ਜਨਮ ਨਹੀਂ ਦੱਸ ਸਕਦੇ। ਤੋ ਪਰਮਾਤਮਾ ਕਦੋਂ ਪੈਦਾ ਹੋਇਆ, ਕਦੋਂ ਉਹਨੇ ਇਹ ਧਰਤੀ ਨੂੰ ਬਣਾਇਆ, ਇਹ ਕੋਈ ਵੀ ਨਹੀਂ ਦੱਸ ਸਕਦਾ। ਹਾਂ ਇਤਨਾ ਗੁਰੂ ਨਾਨਕ ਪਾਤਸ਼ਾਹ ਨੇ ਜ਼ਰੂਰ ਇੱਕ ਬੋਲ ਵਿੱਚ ਕਿਹਾ ਕਿ ਪਰਮਾਤਮਾ ਨੇ ਧਰਤੀ ਨੂੰ ਇੱਕ ਬੋਲ ਦੇ ਨਾਲ ਬਣਾ ਦਿੱਤਾ ਹੈ। ਕੀਤਾ ਪਸਾਓ, ਹੁਣੇ ਜਪਜੀ ਸਾਹਿਬ ਵਿੱਚ ਪੜ੍ਹਿਆ ਨਾ ਅਸੀਂ, ਕੀਤਾ ਪਸਾਓ ਏਕੋ ਕਵਾਓ, ਕਵਾਓ ਹੁੰਦਾ ਬੋਲ। ਉਹਨੇ ਜਿਤਨਾ ਪਸਾਰਾ ਹੈ ਨਾ ਧਰਤੀ ਦਾ, ਉਹਨੇ ਇੱਕ ਬੋਲ, ਮੂੰਹੋਂ ਇੱਕ ਬੋਲ ਬੋਲਿਆ ਤੇ ਇਤਨਾ ਪਸਾਰਾ, ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰਾ। ਉਹਨੇ ਸਾਰੀ ਧਰਤੀ ਨਾ ਇੱਕ ਬੋਲ ਦੇ ਵਿੱਚ ਹੀ ਉਸਾਰ ਦਿੱਤੀ। ਔਰ ਦੇਖੋ ਇੱਕ ਧਰਤੀ ਵਿੱਚ ਇੱਕੋ ਵਾਰੀ ਸਭ ਕੁਝ ਹੀ ਪਾ ਦਿੱਤਾ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਮੈਂ ਕਈ ਵਾਰੀ ਸੋਚਣਾ
ਅਸੀਂ ਆਪਣੇ ਛੋਟੇ ਘਰਾਂ ਦੇ ਵਿੱਚ ਸਮਾਨ ਪਾਉਂਦੇ ਹਾਂ, ਥੋੜੇ ਦਿਨ ਬਾਅਦ ਫੇਰ ਮੁੱਕ ਜਾਂਦਾ ਹੈ, ਫੇਰ ਲਿਆਉਂਦੇ ਹਾਂ, ਫੇਰ ਮੁੱਕ ਜਾਂਦਾ ਹੈ। ਪਰ ਪਰਮਾਤਮਾ ਨੇ ਦੇਖੋ ਅਰਬਾਂ ਖਰਬਾਂ ਜੀਵ ਕਿੰਨੇ ਸਮੇਂ ਤੋਂ ਖਾ ਰਹੇ ਨੇ, ਖਾ ਚੁੱਕੇ ਨੇ ਔਰ ਖਾਂਦੇ ਰਹਿਣਗੇ। ਦੱਸੋ, ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਦਿਆਂ ਸਭ ਅੰਗ ਨਾਨਕ ਤ੍ਰਿਗਤ ਇਹਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ। ਖਾ ਖਾ ਕੇ ਕਿਤਨਾ ਹੀ ਅਸੀਂ ਕਿਤਨਾ ਕੁਝ ਖਾ ਬੈਠੇ ਹਾਂ, ਪਰ ਪਰਮਾਤਮਾ ਦੇ ਘਰ ਉਹ ਮੁੱਕਿਆ ਨਹੀਂ। ਦੱਸੋ ਮੁੱਕਿਆ ਹੋਵੇ? ਕਦੀ ਕਿਸੇ ਨੇ ਕਿਹਾ ਹੋਵੇ ਕਿ ਪਾਣੀ ਮੁੱਕ ਗਿਆ, ਹਵਾ ਮੁੱਕ ਗਈ ਹੈ, ਖਾਣ ਪੀਣ ਦੇ ਸਮਾਨ ਮੁੱਕ ਗਏ ਨੇ? ਨਹੀਂ, ਉਹਨੇ ਜ਼ਰੂਰਤ ਅਨੁਸਾਰ ਸਾਰਿਆਂ ਨੂੰ। ਔਰ ਅਸੀਂ ਘਰ ਵੀ ਸਮਾਨ ਲਿਆਂਦੇ ਰਹਿੰਦੇ ਹਾਂ, ਫੇਰ ਮੁੱਕ ਜਾਂਦਾ ਹੈ। ਪਰ ਪਰਮਾਤਮਾ ਇਹ ਨਹੀਂ ਕਿ ਮੁੱਕ ਗਿਆ ਫੇਰ ਮੈਂ ਪਾਵਾਂਗਾ ਸੰਸਾਰ ਦੇ ਵਿੱਚ, ਨਹੀਂ। ਉਹਨੇ ਜੋ ਕੁਝ ਸਮਾਨ ਸੀ ਨਾ ਇੱਕੋ ਵਾਰੀ ਪਾ ਦਿੱਤਾ ਹੈ। ਜੁਗਾ ਜੁਗੰਤਰ ਖਾਹੀ ਖਾਹੇ, ਤੂੰ ਜੁਗਾ ਤੱਕ ਖਾਂਦਾ ਰਹਿ, ਸਮਾਨ ਮੁੱਕਣਾ ਨਹੀਂ ਹੈ। ਦੇਖੋ ਉਹਦਾ ਪਸਾਰਾ ਹੀ ਇੰਨਾ ਹੈ। ਅਸੀਂ 100 ਗਜ 200 ਗਜ 500 ਗਜ ਕਹਿ ਲਓ, ਕੋਈ ਮਕਾਨ ਬਣਾਉਣਾ ਹੋਏ ਨਾ, ਮੈਨੂੰ ਕਹਿਣ ਦੇਣਾ ਸਾਨੂੰ ਕਿੰਨੀਆਂ ਪਸੂੜੀਆਂ ਪਈਆਂ ਹੁੰਦੀਆਂ ਨੇ। ਕੋਈ ਮਕਾਨ ਆਪ ਬਣਾਵੇ ਨਾ ਜਿਹੜਾ ਬੰਦਾ, ਤੇ ਉਹਨੂੰ ਕਿਤਨੀਆਂ ਮੁਸ਼ਕਲਾਂ ਪੈਂਦੀਆਂ ਨੇ, ਕਿੰਨਾ ਉਹ ਕਹਿੰਦਾ ਭਾਈ ਮਕਾਨ ਬਣਾਉਣਾ ਬੜਾ ਮੁਸ਼ਕਲ ਹੈ। ਪਰ ਹੇ ਪਰਮਾਤਮਾ, ਤੂੰ ਇਤਨੀ ਸ੍ਰਿਸ਼ਟੀ ਨੂੰ ਬਣਾ ਦਿੱਤਾ, ਪਰ ਤੇਰੇ ਚਿਹਰੇ ਤੇ ਕੋਈ ਸ਼ਿਕਨ ਨਹੀਂ ਹੈ। ਤੂੰ ਬੇਪਰਵਾਹ ਹੈ। ਅਸੀਂ 50-100 ਗਜ ਦਾ ਮਕਾਨ ਬਣਾ ਕੇ ਉਸ ਦੇ ਵਿੱਚ ਕਿਤਨੀ ਮੁਸ਼ਕਿਲਾਂ ਨਾਲ ਮਕਾਨ ਬਣਾਉਂਦੇ ਹਾਂ, ਔਰ ਉਹਦੇ ਵਿੱਚ 5-7-10 ਜੀ ਰਹਿਣ ਵਾਲੇ ਵੀ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਹੁੰਦੀ। ਪਰ ਪਰਮਾਤਮਾ, ਤੂੰ ਇਤਨੇ ਜੀਵਾਂ ਨੂੰ ਬਣਾ ਕੇ ਔਰ ਸਭ ਦੀ ਦੇਖ ਰੇਖ ਤੂੰ ਕਰ ਰਹੇ ਹੈ, ਕਿੰਨੀ ਵੱਡੀ ਗੱਲ ਹੈ। ਇੱਕ ਘਰ ਚਲਾਉਣਾ ਹੋਵੇ ਨਾ, ਤੇ ਬੰਦਾ ਸਾਰੀ ਉਮਰ ਉਸ ਘਰ ਦੇ ਪ੍ਰਤੀ ਪਰੇਸ਼ਾਨ ਰਹਿੰਦਾ ਹੈ ਰਿਸਪੌਂਸਿਬਿਲਟੀਆਂ ਵਾਸਤੇ। ਪਰ ਪਰਮਾਤਮਾ ਧਨ ਹੈ, ਔਰ ਦੇਖੋ ਹਰ ਇੱਕ ਦੀ ਪਰੇਸ਼ਾਨੀ ਨੂੰ ਵੀ ਸੁਣਦਾ ਵੀ ਹੈ। ਅਸੀਂ ਘਰ ਦੇ 4 ਬੰਦੇ ਆਪਸ ਵਿੱਚ ਮੇਲ ਨਹੀਂ, ਵਿਚਾਰ ਨਹੀਂ ਮਿਲਦੇ। ਕਿਸੇ ਦਾ ਮੂੰਹ ਪੱਛਮ ਵੱਲ ਹੁੰਦਾ, ਕਿੱਧਰ ਉੱਤਰ ਵੱਲ ਹੁੰਦਾ, ਫਿਰ ਟਕਰਾਵ ਹੁੰਦੇ ਨੇ। ਪਰ ਪਰਮਾਤਮਾ ਆਪਣੇ ਬੱਚਿਆਂ ਦੀ ਸਭ ਦੀ ਸੰਭਾਲ ਕਰ ਰਿਹਾ। ਤੋ ਅਸੀਂ ਜ਼ਿਕਰ ਕਰ ਰਹੇ ਸੀ ਕਿ ਪਰਮਾਤਮਾ ਨੂੰ ਕੋਈ ਨਹੀਂ ਦੱਸ ਸਕਿਆ ਕਿ ਉਹਦਾ ਪ੍ਰਕਾਸ਼ ਕਦੋਂ ਹੋਇਆ ਹੈ। ਦੱਸੋ, ਕੋਈ ਦੱਸ ਸਕਿਆ? ਇਹ ਅੰਦਾਜ਼ੇ ਲਾਏ ਨੇ ਸਾਰਿਆਂ ਨੇ ਕਿ ਬਈ ਐਦੋਂ ਹੋਏਗਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਹੁਣ ਇੱਕ ਜਪਜੀ ਸਾਹਿਬ ਵਿੱਚ ਇੱਕ ਆਉਂਦਾ ਨਾ, ਕਵਣ ਸੁ ਅੱਖਰ ਕਵਣ ਸੁਵੇਲਾ ਵਖਤ ਕਵਣ ਕਵਣ ਥਿਤਵਾਰ। ਉਹ ਕਿਹੜਾ ਵੇਲਾ ਸੀ, ਉਹ ਕਿਹੜੀ ਥਿਤ ਸੀ, ਉਹ ਕਿਹੜਾ ਵਾਰ ਸੀ, ਕਿਹੜੀ ਰੁੱਤੀ ਸੀ। ਕਵਣ ਸੀ ਰੁੱਤੀ ਮਹਾ ਕਵਣ ਜਿਤ ਹੋਆ ਆਕਾਰ। ਜਦੋਂ ਇਹ ਧਰਤੀ ਦਾ ਇਹ ਸਾਰਾ ਆਕਾਰ ਬਣਿਆ, ਕਦੋਂ ਸੀ ਇਹ ਸਮਾਂ, ਕਦੋਂ ਸੀ? ਮਹਾਰਾਜ ਕਹਿੰਦੇ ਨੇ, ਵੇਲ ਨਾ ਪਾਈਆਂ ਪੰਡਤੀ, ਐਵੇਂ ਪੜ੍ਹਨਾ, ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ। ਕਹਿੰਦੇ ਜੇ ਪੰਡਤਾਂ ਨੂੰ, ਗਿਆਨਵਾਦ ਬੰਦਿਆਂ ਨੂੰ ਪਤਾ ਹੁੰਦਾ ਕਿ ਪਰਮਾਤਮਾ ਇਸ ਵੇਲੇ ਹੋਇਆ ਹੈ, ਤੇ ਉਹ ਪੁਰਾਣਾਂ ਵਿੱਚ ਲਿਖ ਜਾਂਦੇ। ਨਹੀਂ ਲਿਖਿਆ, ਕਿਉਂਕਿ ਉਹ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ। ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ। ਜੋਗੀ ਤੱਕ ਜੋਗ ਜਿਹਨੂੰ ਭਰਾਵ ਕੇ ਜਿਹਨੂੰ ਮਿਲਾਪ ਹੋ ਚੁੱਕਿਆ ਪਰਮਾਤਮਾ ਦੇ ਨਾਲ, ਉਹ ਵੀ ਨਹੀਂ ਦੱਸ ਸਕੇ। ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ। ਮਹਾਰਾਜ ਕਹਿੰਦੇ ਨੇ, ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਈ। ਜਿਹੜੀ ਧਰਤੀ ਨੂੰ ਉਸਨੇ ਸਾਜਿਆ ਹੈ ਨਾ, ਉਹ ਆਪ ਹੀ ਜਾਣਦਾ ਹੈ। ਤੂੰ ਆਪੇ ਹੀ ਆਪ ਹੈ, ਕੋਈ ਨਹੀਂ ਦੱਸ ਸਕਦਾ। ਇਹ ਜਿੰਨੇ ਵੀ ਜਿਸਨੇ ਵੀ ਦੱਸਿਆ ਨਾ, ਅੰਦਾਜ਼ੇ ਲਾਏ ਨੇ ਬਈ ਪਰਮਾਤਮਾ ਇਹਦੋਂ ਪੈਦਾ ਹੋਇਆ, ਇਹਦੋਂ ਪੈਦਾ ਹੋਇਆ। ਪਰ ਪਰਮਾਤਮਾ ਨੂੰ ਕੋਈ ਦੱਸ ਨਹੀਂ ਸਕਦਾ ਕਿ ਪਰਮਾਤਮਾ ਕਦੋਂ ਪੈਦਾ ਹੋਇਆ ਹੈ।
ਉਹ ਸੈ ਭੰਗ ਹੈ, ਉਹ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ, ਕਿਸੇ ਨੇ ਉਸ ਨੂੰ ਬਣਾਇਆ ਨਹੀਂ ਹੈ। ਇਹ ਗੱਲ ਅਸੀਂ ਨੋਟ ਕਰ ਲਈਏ। ਜੇ ਬਣਾਇਆ ਹੋਏਗਾ ਉਹਦੀ ਮੌਤ ਨਿਸ਼ਚਿਤ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਅੱਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਸੰਸਾਰ। ਜਿਹੜਾ ਉਪਜਿਆ ਉਹਨੇ ਪੈਦਾ ਹੋਇਆ ਉਹਨੇ ਨਿਸ਼ਚਿਤ ਹੀ ਬਿਨਸ ਜਾਣਾ ਹੈ, ਪਰ ਪਰਮਾਤਮਾ ਨਾ ਉਪਜਿਆ ਨਾ ਪੈਦਾ ਹੋਇਆ ਹੈ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਔਰ ਕੋਈ ਵੀ ਉਸ ਦਾ, ਮਾਰੇ ਕਹਿੰਦੇ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋਈ, ਕਿਵ ਕਰੇ ਆਖਾਂ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਮਾਰੇ ਕਹਿੰਦੇ ਨੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ। ਉਹ ਤੇ ਸਿਰਫ ਆਪ ਹੀ ਜਾਣਦਾ ਕਿ ਮੈਂ ਕਦੋਂ ਪੈਦਾ ਹੋਇਆ। ਤੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਪਰਮਾਤਮਾ ਦਾ ਇੱਕ ਗੁਣ ਸਾਨੂੰ ਦੱਸਿਆ, ਅਖੀਰਲਾ ਗੁਣ, ਜਿਹੜਾ ਪਰਮਾਤਮਾ ਆਪਣੇ ਆਪ ਤੋਂ ਹੈ। ਦੇਖੋ ਕਈਆਂ ਦੇ ਵਿੱਚ ਬਹੁਤ ਸਵਾਲ ਹੁੰਦੇ ਨੇ, ਔਰ ਸਵਾਲ ਗੁਰੂ ਨਾਨਕ ਪਾਤਸ਼ਾਹ ਨੇ ਨਾ ਘਰਾਂ ਦੇ ਵਿੱਚ ਜਾ ਕੇ ਸਭ ਦੇ ਸੋਲਵ ਕੀਤੇ ਨੇ। ਕਈ ਪਰਮਾਤਮਾ ਦੇ ਪ੍ਰਤੀ ਬੜੇ ਸ਼ੰਕੇ ਸਨ। ਦੇਖੋ ਇਹ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਰਾਹ ਪੈਂਡੇ ਵਿੱਚ ਮੁਸ਼ਕਲਾਂ ਨਹੀਂ ਆਈਆਂ, ਬਹੁਤ ਆਈਆਂ ਨੇ। ਜਿਹੜਾ ਸਰੀਰ ਘਰੋਂ ਚੱਲ ਕੇ ਦੁਨੀਆ ਨੂੰ ਤਾਰਨ ਵਾਸਤੇ ਨਿਕਲਿਆ ਹੋਵੇ ਔਰ ਉਹਨਾਂ ਦੇ ਅੰਦਰ ਭਰਮ ਵਹਿਮ ਹੋਣ। ਦੇਖੋ ਸਾਡੇ ਅੰਦਰ, ਜੇ ਮੈਂ ਕਹਿੰਦਾ ਇੱਕ ਮੇਰੇ ਅੰਦਰ ਭਰਮ ਹੈ, ਉਹਨੂੰ ਕੱਢਣਾ ਬੜਾ ਔਖਾ ਹੈ। ਔਰ ਫਿਰ ਭਰਮ ਵੀ ਉਹਨਾਂ ਕੋਲ ਜਿਹੜੇ ਧਰਮ ਦੇ ਦੁਨੀਆ ਦੇ ਨਾਮੀ ਬੰਦੇ ਹੋਣ। ਦੇਖੋ ਤੁਹਾਡਾ ਰੱਬ ਨਾ ਕਰੇ ਕੋਈ ਦੁੱਖ ਆ ਜਾਏ, ਮੇਰੀ ਗੱਲ ਜਰਾ ਧਿਆਨ ਨਾਲ ਸੁਣਨਾ, ਰੱਬ ਨਾ ਕਰੇ ਦੁੱਖ ਆ ਜਾਏ, ਕਿਉਂਕਿ ਆਣਾ ਹੀ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਤੇ ਕੱਪੜੇ ਜਿਸ ਤਰ੍ਹਾਂ ਅਸੀਂ ਉਤਾਰਨੇ ਆ ਰੋਜ਼, ਸੁੱਖ ਤੇ ਦੁੱਖ ਵੀ ਇਸ ਤਰ੍ਹਾਂ ਆਣਾ ਹੀ ਹੈ। ਦੁੱਖ ਆਇਆ ਤੇ ਸੁੱਖ ਵੀ ਲਾਜ਼ਮੀ ਆਏਗਾ, ਤੇ ਸੁੱਖ ਨੇ ਵੀ ਨਹੀਂ ਰਹਿਣਾ ਤੇ ਦੁੱਖ ਨੇ ਵੀ ਨਹੀਂ ਰਹਿਣਾ। ਭਾਵ ਇਹ ਦੋਨੋਂ ਨਿਰੰਤਰ ਸਾਡੇ ਇਸ ਜੀਵਨ ਵਿੱਚ ਚੱਲਦੇ ਰਹਿਣਗੇ। ਹੁਣ ਦੁੱਖ ਆ ਗਿਆ, ਜੇ ਤੇ ਅਸੀਂ ਮੂਲ ਮੰਤਰ ਦੇ ਵਿਚਾਰ ਨੂੰ ਵਿਚਾਰਿਆ ਹੋਇਆ ਹੈ ਕਿ ਬਈ ਕਰਨ ਕਾਰਨ ਪ੍ਰਭ ਏਕ ਹੈ, ਤੂੰ ਆਪੇ ਹੀ ਆਪ ਹੈ, ਸਰਬਨ ਸਾਚਾ ਏਕ ਹੈ, ਸਾਹਿਬ ਮੇਰਾ ਏਕੋ ਹੈ। ਅਗਰ ਇਹ ਪੰਕਤੀਆਂ ਸਾਨੂੰ ਪਤਾ ਹੋਣਗੀਆਂ ਤੇ ਅਸੀਂ ਦੁੱਖ ਦੀ ਪੁਕਾਰ ਕਿਹਨੂੰ ਕਰਾਂਗੇ? ਮੇਰੀ ਗੱਲ ਜਰਾ ਤਵੱਜੋ ਦੇਣਾ, ਅਸੀਂ ਪਰਮਾਤਮਾ ਅੱਗੇ ਕਰਾਂਗੇ ਨਾ। ਕਿਉਂਕਿ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝੀ ਪਾਸ। ਮੇਰਾ ਦੁੱਖ ਸੁੱਖ ਤੇਰੇ ਕੋਲ ਹੈ ਤੇ ਮੈਂ ਕਿਹਦੇ ਅੱਗੇ ਪੁਕਾਰ ਕਰਾਂਗਾ? ਪਰ ਅਸੀਂ ਕੀ ਕਰਨੇ ਆ? ਅਸੀਂ ਧਰਮ ਦੀ ਦੁਨੀਆ ਵਿੱਚ ਵੀ ਰਹਿ ਰਹੇ ਹਾਂ, ਪਰ ਵਿਸ਼ਵਾਸ ਨਹੀਂ ਰੱਖਦੇ। ਸਾਨੂੰ ਇਹ ਸੋਚ ਵਿੱਚ ਆਉਂਦਾ ਹੈ, ਜੇ ਦੁੱਖ ਆ ਗਿਆ, ਕਿਸੇ ਸਿਆਣੇ ਨੇ ਕਹਿ ਦਿੱਤਾ ਨਾ ਕਿ ਭਾਈ ਤੈਨੂੰ ਨਾਲ ਦੇ ਨੇ ਕਿਸੇ ਨੇ ਕੁਝ ਕੀਤਾ ਹੈ ਤੇਰੇ ਤੇ, ਅਸੀਂ ਮੰਨ ਜਾਵਾਂਗੇ। ਜੇ ਕੋਈ ਗੁਰਮੁਖ ਪਿਆਰਾ ਆ ਕੇ ਕਹੇਗਾ ਨਹੀਂ ਭਾਈ ਤੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਾ ਕੇ ਨਿਤਨੇਮ ਦੀ ਬਾਣੀ ਪੜ੍ਹ ਤੇ ਹੋਰ ਵਾੜ ਲਗਾ, ਉਹਦੇ ਵਿੱਚ ਹੋਰ ਇੱਕ ਦੋ ਵਾਧੇ ਕਰ, 2 ਪਾਠ 5 ਪਾਠ ਜਪਜੀ ਸਾਹਿਬ ਦੇ ਹੋਰ ਕਰ, ਗੁਰੂ ਭਲੀ ਕਰੇਗਾ। ਤੇ ਕੀ ਹੋਏਗਾ? ਸਾਨੂੰ ਉਹ ਗੱਲ ਪੱਲੇ ਨਹੀਂ ਪਏਗੀ। ਮੈਨੂੰ ਖਿਮਾ ਕਰ ਦੇਣਾ, ਮੈਂ ਵੀ ਹਾਂ। ਪਰ ਜੇ ਕੋਈ ਆ ਕੇ ਕਹੇਗਾ ਨਾ ਤੈਨੂੰ ਕਿਸੇ ਨੇ ਕੁਝ ਕਰ ਦਿੱਤਾ, ਤੂੰ ਫਲਾਣੀ ਜਗ੍ਹਾ ਜਾ ਕੇ ਇਹ ਕੰਮ ਕਰ ਦੇ, ਤੇਰਾ ਠੀਕ ਹੋ ਜਾਏਗਾ, ਸਾਡੀ ਦਿਮਾਗ ਤੇ ਉਹ ਗੱਲ ਪੈ ਜਾਏਗਾ। ਕਿਉਂ? ਕਿਉਂਕਿ ਸਾਡੇ ਅੰਦਰ ਮੂਲ ਮੰਤਰ ਦੀ ਮੂਲ ਵਿਚਾਰ ਸਾਡੇ ਹਿਰਦੇ ਵਿੱਚ ਨਹੀਂ ਗਈ। ਮੇਰੇ ਸਮੇਤ ਮੈਂ ਪ੍ਰਭਾਵਿਤ ਹੋ ਜਾਵਾਂਗਾ। ਮੈਂ ਕਿਸੇ ਦੇ ਕੋਈ ਦੁੱਖ ਕੱਟਣ ਵਾਲਾ ਆ ਗਿਆ, ਮੈਂ ਪ੍ਰਭਾਵਿਤ, ਕਿਸੇ ਨੇ ਹੱਥ ਦੇ ਕੇ ਮੈਨੂੰ ਦੱਸਤਾ, ਮੈਂ ਮੰਨ ਜਾਵਾਂਗਾ। ਕਿਉਂ? ਕਿਉਂਕਿ ਮੈਂ ਮੂਲ ਮੰਤਰ ਦੀ ਵਿਚਾਰ ਮੈਂ ਦ੍ਰਿੜ ਨਹੀਂ ਕੀਤੀ। ਮੈਨੂੰ ਇਹ ਸੋਝੀ ਨਹੀਂ ਆਈ ਕਿ ਪਰਮਾਤਮਾ ਇੱਕ ਹੈ, ਉਹ ਕਰਨ ਵਾਲਾ ਹੀ ਹੋਈ ਹੈ। ਸਭ ਕੁਝ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ। ਭਾਈ ਇਹ ਜੀਵ ਜੰਤੂ ਕਿਸੇ ਦੇ ਹੱਥ ਕੁਛ ਨਹੀਂ ਹੈ। ਜੇ ਉਹ ਚਾਹਣ, ਜਿਹੜਾ ਕਰਨ ਵਾਲਾ ਹੈ, ਜਿੰਨੇ ਕੁਝ ਕਰਨਾ ਹੈ, ਤਾਂ ਉਹ ਆਪਣਾ ਭਲਾ ਨਹੀਂ ਕਰ ਸਕਦਾ। ਉਹ ਤੁਹਾਡੇ ਕੋਲੋਂ ਕਿਉਂ ਮੰਗੇ? ਤੁਹਾਨੂੰ ਦੱਸ ਕੇ, ਤੁਹਾਡੇ ਜੀਵਨ ਬਾਰੇ ਦੁੱਖ ਸੁੱਖ ਦੱਸ ਕੇ ਤੁਹਾਡੇ ਕੋਲ ਕਿਉਂ ਮੰਗੇ? ਕਿਉਂਕਿ ਉਹ ਆਪ ਭਿਖਾਰੀ ਹੈ।
तो मेरे कहन तो मुराद मूल मंत्र ਦੀ ਵਿਚਾਰ ਦ੍ਰਿੜ ਕਰਨ ਤੋਂ ਭਾਵ ਇਹ ਵੇ ਕਿ ਅਸੀਂ ਦੁੱਖ ਤੇ ਸੁੱਖ ਗੁਰੂ ਦੇ ਅੱਗੇ ਸਾਂਝ ਕਰਨਾ ਹੈ, ਦੁਨੀਆ ਦੇ ਅੱਗੇ ਨਹੀਂ। ਜਿੰਨੇ ਸ਼ੰਕੇ ਨੇ, ਦੇਖੋ ਜਦੋਂ ਗੁਰੂ ਨਾਨਕ ਪਾਤਸ਼ਾਹ ਨਾ ਬਗਦਾਦ ਦੀ ਧਰਤੀ ਤੇ ਗਏ, ਇਰਾਕ ਦੀ, ਜਿਹੜਾ ਇਰਾਕ ਦੀ ਕੈਪੀਟਲ ਹੈ ਬਗਦਾਦ, ਔਰ ਮਹਾਰਾਜ ਦਾ ਦੇਖੋ, मैं किहड़े पक्ष तो महाराज दी मैं जिक्र करा, क्या मूँह लै बोले गुण विहून, मैं उहदा की उहदी विचार कर सकना। जदों बगदाद दे इलाके विच पहुंचे ना, इस्लाम दा एरिया सी सारा, मुसलमान सन सारे, ते उत्थे कोई तुसी उन्हां दी जो रूल सन उस तो इलावा तुसी नहीं कुछ कर सकते, क्योंकि इस्लाम एरिया ऐसा है जिथे कई ऐसे अज भी ने कि कोई धर्म की गल नहीं चलती किसी दी, सिर्फ इस्लाम के धर्म की गल चलती है। बड़ा कट्टर सी उत्थे साहब, गढ़ सी। महाराज ने भाई मरदादे वाहिगुरू भाई मरदाने दे नाल उतारा किया बगदाद दे विच, ते जाके बाहर बैठ गए। रबाब क्या छेड़ मरदाना बाणी आई है, ये लंबा इतिहास है। मैं अपनी जगह ते आवां कि जद महाराज ने बाणी गा के पढ़ी ना, उत्थे दे लोकां ने सुनिया ते वो पत्थर लैके आ गए गुरु साहब नूं मारन वास्ते। समझे नहीं ना, गुरु नूं नहीं कोई आखे पुतना, को कहे बेताला, कोई आखे आदमी नानक बेचारा, किसी ने भूत भी कहा, किसी ने पत्थर भी मारे ने, किसी बेताला भी कहा, किसी ने बेचारा भी कह दिता है तरस की हालत, किसी ने आम आदमी भी कह दिता है, नहीं समझ। ते जद विचार हुई, मारन नूं आ गए सारे, गुरु नानक नूं पत्थर चुक के मारे भी। तो वो गुरु नानक नूं लैके ना दस्तगीर को लै गए, उन्हां दा वड्डा पीर सी, नाम जपण वाला सी, बड़ी उहदे कोल भी शक्ति सी। जद गुरु नानक नूं वेख्या, उसने दर्शन कीते, निहाल हो गया। ये मैं कई बारी विचार करना वा ना इस साखी दी, ते मैं यही कहना, अंतर ध्यान हो के ना अपनी सुरती भी असी बगदाद विच लै जाइए। देखो मैं कहना समय नूं असी सफल करिए। इस तरह समझिए असी बगदाद विच बैठे हाँ ते सारे गुरु नानक दे विरोधी बैठे ने। किसी इस्लाम जगह ते जाके तुसी उन्हां दे विरुद्ध कोई गल करो तो ये गुरु नानक ही कर सकते हैं, क्योंकि गुरु नानक ने उत्थे संगीत विच गा के शब्द पढ़िया सी, पाताला पाताल लख आगासां आगाज। ये लंबा विषय है, चलो। दस्तगीर कहंदा तुहानूं पता नहीं, इस बगदाद दी नगरी विच कोई गा नहीं सकदा, संगीत इत्थे अलाउड नहीं है। महाराज कहंदे ने मैं संगीत नहीं गा रहा, मैं ते रब दी बंदगी कर रहा, मैं ते अपने महबूब नूं खुश कर रहा, मैं ते उसनूं उहदे बोलां विच मैं कोई दुनियावी गल नहीं कर रहा, मैं ते परमात्मा दी सिफत गा के कर रहा। कहंदे ने इस जगह दे उत्ते कोई गा नहीं सकता। महाराज कहते हद हो गई है। पर उस दस्तगीर दे ना मन विच 3 सवाल सन जिहड़े अज साडे कंसैप्ट दे नाल मिलदे ने, मैं तां इस नूं नाल लिया है। कहंदे जे तुसी इस गल दी गल कर रहे हो, जे मेरे 3 सवालों दे तुसी जवाब दे दोगे ना, मैं समझ लांगा कि तुसी वड्डे महापुरख हो, क्योंकि वो संके सी उहदे मन विच। देखो गुरु संके निवृत्त कर दिंदा है। गुरु शरदा नाल जाओ
शंके हर एक निवृत्त करता है। पहली गल तो गुरु ते शंका करिए ही ना। कहंदा मैं बड़ियां कोलों, पीरां कोलों, सब कोलों ये सवाल पूछे तीन, किसी ने जवाब नहीं दिता। गुरु नानक पातशाह कहंदे ने मैं जानना तेरे मन दे विच की सवाल ने। ते कहंदा जे तुसी इन्हां सवालां दे जवाब दे दिते ते मैं तुहानूं मूर्छत मनांगा, नहीं ते एक गल याद रखना नानक जी, इहदे बदले तुहानूं सजा भी मिल सकती है। गुरु नानक पातशाह ने मुबारक रसना तो बड़े प्यारे बोल पे, दस्तगीर जी मैं तुहाडे सवालां दा जवाब ते दांगा पर डर करके नहीं दांगा। मैं तुहाडे सवालां दा जवाब तुहाडी शंका नूं निवृत्त करन वास्ते दांगा। तुसी मत सोचना कि इस सजा दे अधीन हो के इसने जवाब दिता है। नहीं दस्तगीर जी, जे तुहाडे प्रति, रब दे प्रति कोई तुहानूं शंका है ते मैं रब दा भेजिया बंदा वां, मैं तुहाडे सवाल दा जवाब संके निवृत्त कर दांगा। बैठ गया सिंघासन ते, सारी लोकाई भी बैठ गई जेड़ी मारन आई सी गुरु नानक नूं, क्योंकि ये हिंदू पीर मन्ने जाते सन उस वेले दे। बई वो समझते सी हिंदू पीर आया कोई साडे इत्थे। ते जद बैठ गए ते उन्हें 3 सवाल किए गुरु नानक दे अगे, जो आप जी नूं पता होणगे कि हे नानक जी दसो कि अल्लाह तो पहला की सी। ये पहला सवाल है। दूजा, अल्लाह कित्थे रहिंदा है, जे रहिंदा है ते नज़र क्यों नहीं आउंदा। तीजा सवाल है कि अल्लाह करदा की है, उहदा की काम है। गुरु नानक पातशाह बैठ गए, आप नीवें सी, वो सिंघासन ते बैठा सी। महाराज मुस्करा पे, दसो जी अल्लाह तो पहला की सी। महाराज ने कहा, दस्तगीर जी तुहाडे कोल जिहड़ी नाल हीरियां दी थाल सजिया ना, जेड़ा वो दे दो मन। वो दस्तगीर ने सोचा कि इस सवाल दे जवाब एवें नहीं देणगे, कुछ भेटा दक्षिणा लैणगे तां ही सवाल देणगे। देखो जद तक गुरु नानक नूं किसी ने नहीं समझिया ते उहदी सोच इस कदर इत्थे ही हुंदी है। महाराज ने जद उन्हें थाली फड़ी, महाराज कहंदे ने रुक जाओ दस्तगीर जी, इहदे विच पए होए हीरे लाल जिहड़े ने, इहनूं गिनती करके दसो किन्ने ने। उन्हें हीरा चुकिया, 1 2 3 4। महाराज ने कहा नहीं, रोक दिता। दस्तगीर जी तुसी गलत बोल पढ़ रहे हो, दोबारा तो पढ़ो। कहना मैं ठीक पढ़िया, गिनती है, तुसी गिनती कही है, मैं गिनती कर रहा। दोबारा की, 1 दूजा हीरा चुकिया, 2। वैसे वो अरबी विच पढ़ रहा सी, उत्थे अरबी चलती है, पर लिखतकारां ने इनू पंजाबी विच तां सी कहा क्योंकि अरबी भाषा सी उत्थे, ते गुरु नानक पातशाह अरबी भी जानते सन। जद उन्हें कहा 1 2, महाराज ने कहा नहीं हले भी। कहता इहदे च की गलती हो सकती है। महाराज कहते दोबारा पढ़। कहन लगा जे हुण मैं गलती करा तो तुसी मेरा हथ फड़ लेना। उन्हें कहा 1। महाराज ने हथ फड़ लिया। कहता हुण 1 दे विच की गलती है। महाराज कहते इत्थे ते तू गलती कर रहे हैं। कहते महाराज कहते 1 तो पहला पढ़। कहते नानक जी 1 तो पहला तो कुछ भी नहीं है, 1 तो ही सारा कुछ है। 2 3 4। महाराज कहते ने तेरे पहले सवाल का जवाब है, 1 तो पहला कुछ भी नहीं है, तू आपे ही आप है। 1 तो ही सारा पसारा होया है, सारा 1 तो ही असी संसार दे विच असी विचर रहे हैं। समझ गया, काफ़ी हद तक उसनूं जिहड़ी उहदी शंके दी कटोरा सी ना, वो खाली हुंदा गया। गुरु घर च ना कटोरा खाली लैके जाया करो,
किसी वैर विरोध शंके होमे खाली। देखो कटोरे च भरना कुछ होवे पहला खाली करना पैंदा है। हुण उहदा कुछ अकीदा उहदा मन बन गया कि वाकई मेरे सवाल दा परमात्मा तो पहला अल्लाह तो पहला तो कुछ भी नहीं है। अरबद नरबद तंदू कारा धरन ना गगना हुक्म पारा ना दिन रैन ना चंद ना सूरज सुन समाद लगाएंदा। जद कुछ भी नहीं सी अरबां खरबां साल पहले उस वेले धंधू कारा सी। उस धुंध दे अंदर सिर्फ परमात्मा ही सी। सरगुण निर्गुण निरंकार सुन समाधि आप, वो आप ही सी। उस तो पहला कोई भी नहीं सी। आद मारे कहते ना वो किहड़ा शब्द आंदा आद मद आद पूरण मद पूरण अंत पूरण परमेश्वर है। सिमरंत संत सरबत रमण नानक अगनासन जगदीश है। वो आद तो ही पूर्ण है, पहला शुरू तो मद तो ही ते अगामी वही है। आद पूर्ण मद पूर्ण अंत पूर्ण परमेश्वर है, वही है। ऑल इन ऑल वही है। देखो कई बारी ना ये शब्द आंदा ना, ये मेरा ख्याल गुरु ग्रंथ साहिब के 705 अंक ते वे आद पूर्ण मद पूर्ण पढ़ी दा। इत्थे भी मैं एक गल कहंदा जावां सामने आई है। कई बार असीं इहदा भी भुलेखा खा जाने कि भाई साहब जी अरदास करो मद की अरदास है, मद वास्ते आया है आद पूर्ण मद पूर्ण। नहीं साध संगत जी, मर्यादा अनुसार भी तुसी पढ़ लो, मद की कोई अरदास नहीं जी। वैसे करो अरदास, जिस तरह अज अखंड पाठ सर रखा अगले दिन सवेरे अरदास करो, पर यह सोच के मत करो कि 705 अंक आएगा तो असीं अरदास करनी है तो मद है। नहीं, ये परमात्मा वास्ते आया है। वो आद तो पूर्ण है, हुण भी पूर्ण है, अगां भी पूर्ण है। इहदा मद दे नाल कोई तलक नहीं जे। करो अरदास, पर मद जे मद होवे 1430 अंक ने महाराज दे स्वरूप दे ते 715 बैठदा है ते असीं 705 किन्ने कहता। कुछ गल्लां असीं भेड़ चाल चली जा रहे हैं, पर अकाल तख्त की मर्यादा अनुसार मद अखर नहीं है। तुसीं अरदास करो मद दी, पर यह सोच के ना करो कि 705 ते वे कि 10 ते वे। अगले दिन जिस तरह तुसीं देग प्रसाद कराइए, शाम कराइए, तुसीं जरूर अरदास करो। तो मैं अपने विषय ते आवां कि परमात्मा वो पूर्ण है। समझ गया कि अल्लाह तो पहला कुछ नहीं, एक तो ही पसारा होया है, वो परमात्मा ही बनाने वाला है। दूजा सवाल उन्हें किया कि परमात्मा है जिहड़ा रहिंदा कित्थे है। ते कहंदे ने नानक जी कहंदे ने पीर जी एक दुध दा कटोरा लैके आओ। वो सोचदा है ये जिहड़े पीर हुंदे ना ये दुध दे शौकीन हुंदे ने ते ये जिथे भी जाते ने दुध जरूर पींदे ने, समुंदर पींदे ने। ले आंदा सोच नहीं सी, पर गुरु नानक दी हर गल च रमज हुंदी है। कुछ देन वास्ते आए ने संसार विच, कोई लैन नहीं आए। ये तो वंडन आए ने संसार विच। असीं हाँ कुछ लैन ही आए, असीं भी की देन आए हैं। परमात्मा गुरु आप देन आया संसार विच। जद अगे कटोरा रखिया तो महाराज बड़े ध्यान नाल देख रहे हैं। दस्तगीर कहंदा महाराज प्योर दुध है, साफ दुध है। महाराज कहंदे मैं ध्यान नाल वेख रहा, मैनूं कहंदा दस्तगीर कहंदा महाराज तुसीं की गल्लां कर रहे हो, ये साडियां मੱਝਾਂ दा है, आप असीं चुआ के लिआंदा है, तुसीं ध्यान नाल देखो। दस्तगीर कहंदा तुसीं ध्यान नाल देखो। नानक जी कहंदे ने मन्नू ते इहदे विचों बड़ा कुछ नज़र आ रहा है। कहंदा है ही नहीं, दुध साफ है। महाराज कहंदे ने फिर इहदे विच घिओ है तैनूं नज़र आ रहा है? कहंदा नहीं। इहदे विच मक्खण है तैनूं नज़र आ रहा है? नहीं। पनीर है, तरह तरह दीयां मिठाइयां बनदियां ने, नज़र आ रही ने? कहंदा नहीं। कई इतिहासकार कहते हैं उन्हें उंगली भी पा के देखी, कहंदा कुछ भी नहीं है। कहंदे ने इसे तरह रब है, वो सारियां दे विच है। दुध रूप शरीर है साडा, इहदे विच ए हुण मैं बोल रहे हैं, तुसीं सुन रहे हो, रब ही ते है। जे प्राण पखेरू मेरे निकल गए तो फिर रब कोई नहीं, फिर तो मिट्टी हो गए, ढेरी हो गए। सारियां दे विच रब है। सगल बनस्पत में बेसंतर, सगल दूध में घिया।
ਊਚ ਨੀਚ ਦੇ ਜੋ ਸਮਾਨੀ ਘਟ ਘਟ ਮਾਦੋ ਜੀਆ। ਉਹ ਹਰ ਲੱਕੜ ਦੇ ਵਿੱਚ ਅੱਗ ਛੁਪੀ ਹੈ, ਨਜ਼ਰ ਨਹੀਂ ਆ ਰਹੀ। ਦੁੱਧ ਦੇ ਵਿੱਚ ਘਿਓ ਛੁਪਿਆ ਹੈ, ਨਜ਼ਰ ਨਹੀਂ ਆਉਂਦਾ। ਕਦੋਂ ਆਉਂਦਾ ਹੈ? ਪੀਰ ਜੀ ਨੂੰ ਕਹਿੰਦੇ ਨੇ ਨਾਨਕ ਜੀ, ਜਦੋਂ ਉਹ ਦੁੱਧ ਦੇ ਪ੍ਰਤੀ ਮਿਹਨਤ ਕੀਤੀ ਜਾਂਦੀ ਹੈ, ਮੱਖਣ ਕੱਢਿਆ ਜਾਂਦਾ ਹੈ, ਮੱਖਣ ਨੂੰ ਫਿਰ ਉਬਾਲ ਕੇ ਗਰਮ ਕਰ ਕਰਕੇ ਫਿਰ ਘਿਓ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਸਰੀਰ ਰੂਪੀ ਘਰ ਦੇ ਵਿੱਚ, ਦੁੱਧ ਰੂਪੀ ਘਰ ਦੇ ਵਿੱਚ ਰੱਬ ਬੈਠਾ ਹੈ। ਪਰ ਇਨਸਾਨ ਨੇ ਕੀ ਕੀਤਾ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਤੇ ਪ੍ਰੇਮ ਪਾ ਲਿਆ, ਸੁਤ ਕੰਚਨ ਸੋ ਹੇਤ ਵਧਾਇਆ, ਇਹਨਾਂ ਨੂੰ ਤੇ ਕਰ ਲਿਆ। ਪਰ ਜਿਹੜਾ ਰੱਬ ਸੀ ਉਹਦੇ ਵਾਸਤੇ ਮਸ਼ੱਕਤ, ਉਹਦੇ ਵਾਸਤੇ ਮਿਹਨਤ ਨਹੀਂ ਕੀਤੀ। ਉਸਨੇ ਰੱਬ ਨੂੰ ਪ੍ਰਗਟ ਨਹੀਂ ਕਰ ਪਾਇਆ। ਔਰ ਜਿਹਨੇ ਮਿਹਨਤ ਕਰਕੇ ਮੱਖਣ ਨੂੰ ਉਬਾਲ ਕੇ, ਮੱਖਣ ਨੂੰ ਸੇਕ ਦੇ ਦੇ ਕੇ, ਆਪ ਡਿਊਟੀ ਦੇ ਕੇ ਉਹਦੇ ਵਿੱਚੋਂ ਘਿਓ ਕੱਢ ਲਿਆ। ਔਰ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦਾ, ਗੁਰੂ ਦਾ ਆਸਰਾ ਲੈ ਲਿਆ, ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਅਨਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਜਿਹਨੇ ਗੁਰੂ ਦਾ ਸ਼ਰਨ ਲੈ ਲਈ, ਗੁਰੂ ਦੇ ਆਸਰੇ ਉਸ ਪਰਮਾਤਮਾ ਨੂੰ ਪਾ ਲਿਆ। ਤੇ ਗੁਰੂ ਇੱਕ ਦੁਆਰਾ ਹੈ। ਤੋ ਪੀਰ ਜੀ, ਇਹਦੇ ਵਿੱਚ ਬੜਾ ਕੁਝ ਛੁਪਿਆ ਹੈ। ਜਿੰਨੇ ਵੀ ਮਸ਼ੱਕਤ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਮਹਾਰਾਜ ਹੱਥ ਜੁੜ ਗਏ। ਕਹਿੰਦਾ ਮਹਾਰਾਜ ਤੀਜੇ ਸਵਾਲ ਦਾ ਵੀ ਫਿਰ ਜਵਾਬ ਦੇ ਦਿਓ। ਹੁਣ ਉਸ ਟੋਨ ਵਿੱਚ ਨਹੀਂ ਗੱਲ ਕਰ ਰਿਹਾ, ਹੁਣ ਨਿਮਰਤਾ ਆ ਗਈ, ਕਿਉਂਕਿ ਹੁਣ ਸ਼ੰਕੇ ਨਿਵਿਰਤ ਹੋ ਗਏ। ਤੀਜਾ ਸਵਾਲ ਉਸਨੇ ਰੱਖਿਆ ਕਿ ਅੱਲਾ ਕਰਦਾ ਕੀ ਹੈ, ਉਹਦਾ ਕੰਮ ਕੀ ਹੈ। ਗੁਰੂ ਨਾਨਕ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ ਦਸਤਗੀਰ ਜੀ, ਤੁਸੀਂ ਤੇ ਰੱਬ ਦਾ ਗਿਆਨ ਲੈ ਰਹੇ ਹੋ। ਔਰ ਗਿਆਨ ਕੀ ਹੈ? ਗਿਆਨ ਰੱਬ ਹੈ। ਗਿਆਨ ਕੀ ਹੈ? ਰੱਬ ਹੀ ਤੇ ਹੈ। ਤੇ ਤੁਸੀਂ ਰੱਬ ਨੂੰ ਲੈ ਰਹੇ ਹੋ ਤੇ ਰੱਬ ਨੂੰ ਨੀਵੇਂ ਬਿਠਾਇਆ ਹੋਇਆ। ਜੇ ਗਿਆਨ ਨੂੰ ਤੁਸੀਂ ਨੀਵੇਂ ਬਿਠਾਇਆ, ਆਪ ਉੱਪਰ ਬੈਠੇ ਹੋ। ਜੇ ਕੁਝ ਲੈਣਾ ਚਾਹੁੰਦੇ ਹੋ, ਗਿਆਨ ਰੱਬ ਲੈਣਾ ਚਾਹੁੰਦੇ ਹੋ, ਤੇ ਜਿਹਦੇ ਕੋਲੋਂ ਲੈ ਰਹੇ ਹੋ, ਗਿਆਨ ਲੈ ਰਹੇ ਹੋ, ਉਹਨੂੰ ਉੱਪਰ ਬਿਠਾਓ। ਹੁਣ ਗੁਰੂ ਨਾਨਕ ਆਪ ਉੱਪਰ ਬੈਠੇ, ਦਸਤਗੀਰ ਨੀਵਾਂ ਬੈਠਾ। ਮਹਾਰਾਜ ਨੇ ਨੇਤਰ ਬੰਦ ਕਰ ਲਏ, ਦਸਤਗੀਰ ਨੇ ਵੀ ਕਰ ਲਏ, ਦੋਨਾਂ ਨੇ ਨੇਤਰ ਬੰਦ ਕਰ ਲਏ। ਬੜੀ ਦੇਰ ਹੋਈ, ਗੁਰੂ ਨਾਨਕ ਨੇ ਨੇਤਰ ਖੋਲੇ, ਦਸਤਗੀਰ ਨੇ ਵੇਖਿਆ। ਮਹਾਰਾਜ ਕਹਿੰਦੇ ਨੇ ਕੁਛ ਸਮਝ ਆਈ? ਕਹਿਣ ਲੱਗੇ ਨਹੀਂ। ਕਹਿੰਦੇ ਤੇਰਾ ਕੀ ਸਵਾਲ ਸੀ? ਕਹਿਣ ਲੱਗੇ ਮੇਰਾ ਸਵਾਲ ਸੀ ਰੱਬ ਕਰਦਾ ਕੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹੀ ਕਰਦਾ ਹੈ। ਕਹਿੰਦੇ ਕੀ? ਕਹਿੰਦੇ ਨੇ ਉਹ ਚਾਵੇ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਪੰਡਿਤ ਤੇ ਮੂਰਖ, ਖਲ ਮੂਰਖ ਤੇ ਪੰਡਿਤ ਮੁਗਧ, ਕਰਬੋ ਪੰਡਿਤ ਤੇ ਮੁਗਧਾਰੀ। ਉਹ ਚਾਵੇ ਤੇ ਭਿਖਾਰੀ ਨੂੰ ਰਾਜਾ ਬਣਾ ਸਕਦਾ ਹੈ ਤੇ ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ। ਇਸ ਟਾਈਮ ਤੂੰ ਕੀ ਹੈ? ਮੈਂ ਰਾਜਾ ਬਣ ਗਿਆ ਤੇ ਤੂੰ ਹੁਣ ਮੇਰੇ ਨੀਵੇਂ। ਰੱਬ ਇਹ ਕਰਦਾ ਹੈ। ਹੰਕਾਰ ਨਾ ਕਰੋ। ਰੱਬ ਚਾਹੇ ਕਿ ਉਹ ਮਿੰਟਾਂ ਵਿੱਚ ਇੱਕ ਲਸ਼ਕਰ ਨੂੰ ਵੀ ਸੁਆਹ ਕਰ ਸਕਦਾ ਹੈ। ਉਹ ਚਾਹੇ ਤੇ ਇੱਕ ਕੀੜੀ ਨੂੰ ਵੀ ਰਾਜ ਦਵਾ ਸਕਦਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਉਹ ਪਰਮਾਤਮਾ ਭਾਈ ਉਹ ਸਮਰੱਥਾ ਦਾ ਮਾਲਕ ਹੈ। ਉਹ ਚਾਹੇ ਤੇ ਸਭ ਕੁਝ ਕਰ ਸਕਦਾ ਹੈ। ਤੇ ਫਿਰ ਉਹਨਾਂ ਨੇ ਕੀ ਕਿਹਾ? ਅੱਜ ਵੀ ਤੁਸੀਂ ਇਰਾਕ ਬਗਦਾਦ ਵਿੱਚ ਜਾਓ ਨਾ, ਉਹ ਗੁਰੂ ਨਾਨਕ ਨੂੰ ਪਤਾ ਕੀ ਕਹਿੰਦੇ ਨੇ? ਹਜ਼ਰਤ ਬਾਬਾ ਨਾਨਕ। ਮਹਾਰਾਜ ਨੂੰ ਕਿੱਥੇ ਲਾਮਾ ਸਾਹਿਬ ਕਹਿੰਦੇ ਨੇ, ਬੜੀਆਂ ਜਗ੍ਹਾ ਤੇ। ਪਰ ਕਈ ਦੇਖੋ ਹੁਣ ਇੱਧਰ ਜਾਓ ਨਾ ਇਸਲਾਮਿਕ ਏਰੀਆ 'ਚ, ਅਸੀਂ ਤੇ ਬਾਬਾ ਨਾਨਕ ਕਹਿੰਦੇ ਹਾਂ ਨਾ, ਗੁਰੂ ਨਾਨਕ ਕਹਿੰਦੇ ਹਾਂ, ਧੰਨ ਗੁਰੂ ਨਾਨਕ ਕਹਿੰਦੇ ਹਾਂ। ਉਹ ਹਜ਼ਰਤ ਬਾਬਾ ਨਾਨਕ ਕਹਿੰਦੇ ਨੇ। ਉਹਨਾਂ ਨੇ ਆਪਣਾ ਪੀਰ ਵੱਡਾ ਮੰਨ ਲਿਆ। ਜੇ ਉਹਨਾਂ ਨੇ ਮੰਨ ਲਿਆ, ਉਹਨਾਂ ਨੂੰ ਸੋਝੀ ਆ ਗਈ, ਤੇ ਗੁਰੂ ਨਾਨਕ ਨੇ ਸਾਨੂੰ ਇੰਨਾ ਖਜ਼ਾਨਾ ਆਪਣੇ ਘਰ ਵਾਸਤੇ ਛੱਡਿਆ ਹੈ। ਤੇ ਜੇ ਸਾਡੇ ਵਰਗਾ ਬੰਦਾ ਹੋ ਕੇ ਬਾਹਰ ਕਿਸੇ ਸਿਆਣਿਆਂ ਕੋਲੋਂ ਕਬਰਾਂ ਤੇ ਜਾ ਕੇ ਆਪਣਾ ਦੁੱਖੜਾ ਦੱਸੇ, ਗੁਰੂ ਨਾਨਕ ਨੂੰ ਕਿਤਨਾ ਦੁੱਖ ਹੋਏਗਾ। ਇਸ ਗੱਲ ਦਾ ਕਦੀ ਅੰਦਾਜ਼ਾ ਲਗਾਇਆ? ਨਹੀਂ। ਲਗਾਓ ਅੰਦਾਜ਼ਾ। ਅੱਜ ਤੋਂ ਇਹ ਪ੍ਰਣ ਕਰੀਏ, ਸਤਿਗੁਰੂ ਮੈਂ ਵਿਚਾਰ ਸੁਣੀਏ, ਮੈਂ ਵਿਚਾਰ ਵਿੱਚ ਪੂਰਾ ਧਿਆਨ ਨਾਲ ਸੁਣਿਆ,
मूल मंत्र विच गुरु साहब ने सब कुछ परमात्मा दे हत्थ ही दस दिता है। जीवां दे हत्थ कुछ है ही नहीं। जीवां दे हत्थ है एक परमात्मा दे अगे अरदास। जी की बिरता होए रहे सो गुर पै अरदास, गुरु दे अगे अरदास कर बस। और जिस ठाकुर स्यों ना ही चारा ताको कीजै सद नमस्कारा। सो ऐसे दीन दयाल सतगुरु दे जो सै भंग है वो अपने आप तो प्रकाशमान है, किसी ने उसनों नहीं बनाया। जे इतना सानू समझ आ जाए तो असी परमात्मा तो इलावा किसी नूं भी सत्कार सब दा करांगे, पर हिरदे दे विच गुरु नानक रूपी रब नूं ही वसावांगे, होर किसी नहीं वसावांगे। 5 मिनट उपर भी हो गए ने। दास खीमा दा जाचक है। सारियां दा धन्नवाद। महाराज सवास बख्शन अगली वारी गुर प्रसाद दी ते फिर मूल मंत्र दा महात्म की है वो आप जी नाल सांझ करांगे। महाराज किरपा करन, दे रोगता दी दात बख्शन, तुहानू सारियां नू दे रोगता दी दात बख्शन। इस तरह असीं मिल बैठ के परमात्मा दे प्रति दृढ़ निश्चा करिए कि हे परमात्मा तू ही सब कुछ है, असी ते तेरे घर दे निमाणे जे बारक हाँ। वाहिगुरू जी का खालसा, वाहिगुरू जी की फतेह।